हाँ जी, सत श्री अकाल गेम चेंजर्स ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਜਾਗਦੀ ਜ਼ਮੀਰ ਵਾਲਾ ਮਰਦ ਦਲੇਰ ਸੂਰਮਾ ਬਹੁਗਿਣਤੀ ਕੌਮਾਂ ਦੀਆਂ ਬੰਦਿਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਆਜ਼ਾਦ ਸੋਚ ਵੱਲ ਵੱਧਦਾ ਹੈ ਤਾਂ ਇਹ ਗੱਲ ਉਹਨਾਂ ਕੌਮਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਰਾਹ ਰੋਕਣ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸਾਮ ਦਾਮ ਦੰਡ ਭੇਦ ਹਰੇਕ ਤਰੀਕੇ ਨਾਲ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਮ यानी कि राजीनामे नाल, दाम यानी कि पैसा या लालच दे के, दंड मतलब कि धक्केशाही नाल ते भेद मतलब कि आपस ਵਿੱਚ मतभेद पैदा करके। गुरु साहब ਦੇ ਸਮੇਂ ਪਹਿਲਾਂ 3 ਤਰੀਕੇ ਨਾਲ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਸੀ ਤੇ ਇਹ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ, ਬਟ ਤਰੀਕੇ ਬਦਲ ਗਏ ਹਨ। ਅੱਜ ਸਿੱਖ ਕੌਮ ਵਿੱਚ मतभेद ਪੈਦਾ ਕਰਕੇ ਆਪਸ ਵਿੱਚ ਦੂਰੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਉਹ ਪਹਿਲਾਂ ਵਾਲਾ ਟਾਈਮ ਨਹੀਂ ਰਿਹਾ ਜਦੋਂ औरंगजेब ਦੀ ਫੌਜ ਹੱਥ ਵਿੱਚ ਤਲਵਾਰ ਲੈ ਕੇ ਆਊਗੀ ਤੇ ਕਹੂਗੀ ਕਿ ਕੇਸ ਕਤਲ ਕਰਵਾ ਕੇ ਮੁਸਲਮਾਨ ਬਣ ਜਾਓ, ਨਹੀਂ ਤਾਂ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਊਗਾ। ਨਾ ਹੀ ਅੱਜ ਉਹ ਕਮਿਊਨਿਸਟ ਪਾਰਟੀ ਵਜੂਦ ਵਿੱਚ ਹੈ ਜਿਹੜੀ ਕਹਿੰਦੀ ਸੀ ਕਿ ਜੇ ਪੰਜਾਬ ਦੀ ਫੂਡ ਪ੍ਰੋਬਲਮ ਨੂੰ ਸੋਲਵ ਕਰਨਾ ਹੈ ਤਾਂ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਝੋਨਾ ਬੀਜ ਦਿਓ। ਅੱਜ ਜੋ ਸਾਨੂੰ ਗੁੰਮਰਾਹ ਕਰਨ ਆਉਣਗੇ ਉਹ ਦਸਤਾਰਾਂ ਬਣ ਕੇ ਸ੍ਰੀ ਸਾਹਿਬ ਤੇ 5 ਕਕਾਰ ਧਾਰਨ ਕਰਕੇ ਆਉਣਗੇ, ਦਾੜੇ ਖੁੱਲੇ ਛੱਡ ਕੇ ਸਟੇਜਾਂ ਤੇ ਭਾਸ਼ਣ ਦੇਣਗੇ, ਪਰ ਮਾਈਕ ਵਿੱਚ ਬੋਲਣਗੇ ਉਹੀ ਕੁਝ ਜੋ ਉਹਨਾਂ ਦੀ ਜ਼ਮੀਰ ਖਰੀਦਣ ਵਾਲਿਆਂ ਨੇ ਉਹਨਾਂ ਨੂੰ ਰੱਟੇ ਲਵਾਏ ਹੋਣਗੇ। ਕਿਸੇ ਵੀ ਕੌਮ ਤੋਂ 5 ਚੀਜ਼ਾਂ ਖੋਲ੍ਹੀਆਂ ਜਾਣ ਤਾਂ ਉਹ ਕੌਮ ਖਤਮ ਹੋ ਜਾਂਦੀ ਹੈ। ਇਹਨਾਂ 5 ਚੀਜ਼ਾਂ ਦਾ ਜ਼ਿਕਰ ਆਪਾਂ ਪਿਛਲੇ ਵੀਡੀਓਜ਼ ਵਿੱਚ ਕਰ ਚੁੱਕੇ ਹਾਂ, ਜਿਨ੍ਹਾਂ 'ਚੋਂ ਇੱਕ ਸੀ ਕਿ ਜੇ ਕੌਮ ਨੂੰ ਉਸਦੇ ਸਿਧਾਂਤਾਂ ਤੋਂ ਉਸਦੇ ਸਾਹਿਤ ਤੋਂ ਦੂਰ ਕਰ ਲਿਆ ਜਾਵੇ ਤਾਂ ਕੌਮ ਹੌਲੀ-ਹੌਲੀ ਖਤਮ ਹੋ ਜਾਂਦੀ ਹੈ। ਤੇ ਇਹਨਾਂ ਕੋਸ਼ਿਸ਼ਾਂ ਦੇ ਤਹਿਤ ਹੀ ਅੱਜ ਇੱਕ ਇਹੋ ਜਿਹੇ ਵਿਵਾਦ ਨੂੰ ਜਨਮ ਦੇ ਦਿੱਤਾ ਗਿਆ ਹੈ ਕਿ ਮੈਨੂੰ ਡਰ ਹੈ ਜਿਸ ਹਿਸਾਬ ਨਾਲ ਇਹ ਵੱਧ ਰਿਹਾ ਹੈ ਕਿਤੇ ਇਹ ਸਿੱਖਾਂ ਵਿੱਚ ਵੀ ਸ਼ੀਆ ਤੇ ਸੁੰਨੀ ਵਰਗੇ ਹਾਲਾਤ ਨਾ ਪੈਦਾ ਕਰ ਦੇਵੇ। ਹਾਂਜੀ, ਤੁਸੀਂ ਬਿਲਕੁਲ ਠੀਕ ਸਮਝੇ। ਅੱਜ ਆਪਾਂ ਗੱਲ ਕਰਾਂਗੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਮੁੱਦੇ ਤੇ। ਦਸਮ ਗ੍ਰੰਥ ਸਾਹਿਬ ਨੂੰ ਲੈ ਕੇ ਇੱਕ ਆਮ ਸਿੱਖ ਦੇ ਮਨ ਵਿੱਚ ਬਹੁਤ ਸਾਰੇ ਕਨਫਿਊਜ਼ਨ ਹਨ ਕਿ ਦਸਮ ਗ੍ਰੰਥ ਕੀ ਹੈ, ਇਹ ਕਿਹਦੀ ਰਚਨਾ ਹੈ, ਈਵਨ ਇਹ ਸਿੱਖਾਂ ਦਾ ਹੈ ਵੀ ਜਾਂ ਨਹੀਂ। ਸੋ ਲੰਬੇ ਸਮੇਂ ਤੋਂ ਚੱਲ ਰਹੀ ਵਿਊਅਰਸ ਦੀ ਡਿਮਾਂਡ ਦੇ ਅਨੁਸਾਰ ਅੱਜ ਦਸਮ ਗ੍ਰੰਥ ਸਾਹਿਬ ਤੇ ਖੁੱਲ੍ਹ ਕੇ ਗੱਲ ਕਰਾਂਗੇ। ਪਰ ਮੈਂ ਕੋਈ ਵਿਦਵਾਨ ਨਹੀਂ, ਨਾ ਹੀ ਆਪਣਾ ਇਹ ਚੈਨਲ ਕੋਈ ਅਥਾਰਟੀ ਹੈ। ਮੈਂ ਤਾਂ ਸਿਰਫ ਤੁਹਾਡੇ ਸਾਹਮਣੇ ਉਹ ਫੈਕਟ ਰੱਖਣੇ ਆ ਜੋ ਮੈਂ ਇਸ ਟੌਪਿਕ ਤੇ ਰਿਸਰਚ ਕਰਦਿਆਂ 50 ਤੋਂ ਵੱਧ ਬੁੱਕਸ, ਸੈਮੀਨਾਰ ਤੇ ਲੈਕਚਰਸ ਤੋਂ ਕਲੈਕਟ ਕੀਤੇ ਹਨ। ਫੈਸਲਾ ਤੁਸੀਂ ਆਪਣੇ ਵਿਵੇਕ ਦੇ ਆਧਾਰ ਤੇ ਲੈਣਾ ਹੈ ਕਿ ਦਸਮ ਗ੍ਰੰਥ ਸਾਹਿਬ ਦਾ ਮੰਡਨ ਕਰਨਾ ਹੈ ਜਾਂ ਖੰਡਨ। ਇਸ ਵੀਡੀਓ ਵਿੱਚ ਮੈਂ ਆਪਣੇ ਤਰਫ ਤੋਂ ਕੋਈ ਗੱਲ ਨਹੀਂ ਕਹਿ ਰਿਹਾ, ਕਹੀ ਗਈ ਇੱਕ ਇੱਕ ਗੱਲ ਦੇ ਸੋਰਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਸਮ ਗ੍ਰੰਥ ਸਾਹਿਬ ਦੇ ਉਸ ਇਤਿਹਾਸ ਦੀ ਜੋ ਇਸ ਦੇ ਸਮਰਥਕਾਂ ਵੱਲੋਂ ਬਿਆਨ ਕੀਤਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਇਤਿਹਾਸਕਾਰ ਹਰਪਾਲ ਸਿੰਘ ਪੰਨੂ ਦੱਸਦੇ ਹਨ ਕਿ ਨਿਤਨੇਮ, ਅੰਮ੍ਰਿਤ ਸੰਚਾਰ, ਅਰਦਾਸ ਵਰਗੇ ਹਰ ਜ਼ਰੂਰੀ ਕਾਰਜ ਵਿੱਚ ਦਸਮ ਗ੍ਰੰਥ ਸਾਹਿਬ ਦੀਆਂ ਬਾਣੀਆਂ ਸ਼ੁਮਾਰ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1725 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਹਰਮੰਦਰ ਸਾਹਿਬ ਆਏ ਤਾਂ ਉਹਨਾਂ ਨੂੰ ਇਸ ਦਾ ਪ੍ਰਬੰਧ ਸੌਂਪ ਦਿੱਤਾ ਗਿਆ। ਤਦ ਪੰਥ ਦੀਆਂ ਮੁੱਖ ਹਸਤੀਆਂ ਨੇ ਇਹ ਤੈਅ ਕੀਤਾ ਕਿ ਗੁਰੂ ਸਾਹਿਬ ਦੀਆਂ ਸਾਰੀਆਂ ਲਿਖਤਾਂ ਨੂੰ ਇੱਕੋ ਜਗ੍ਹਾ ਤੇ ਕਲੈਕਟ ਕਰ ਲਿਆ ਜਾਵੇ। ਇਸ ਟੌਪਿਕ ਤੇ ਪੰਥ ਦੀ ਮਾਤਾ ਸੁੰਦਰ ਕੌਰ ਜੀ ਨਾਲ ਵੀ ਸਲਾਹ ਕੀਤੀ ਗਈ। ਭਾਈ ਮਨੀ ਸਿੰਘ ਜੀ ਦੀ ਉਹਨਾਂ ਨਾਲ ਹੋਈ ਵਾਰਤਾ ਦਾ ਸਬੂਤ ਦਿੰਦੀ ਇੱਕ ਚਿੱਠੀ ਹਜੇ ਵੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਪਈ ਹੈ। ਤਦ ਪੰਥ ਦੀ ਆਗਿਆ ਅਨੁਸਾਰ ਮਨੀ ਸਿੰਘ ਜੀ ਨੇ ਵੱਖ-ਵੱਖ ਥਾਵਾਂ ਤੋਂ ਗੁਰੂ ਸਾਹਿਬ ਦੀਆਂ ਲਿਖਤਾਂ ਮੰਗਾ ਕੇ ਉਹਨਾਂ ਨੂੰ 2 ਜਿਲਦਾਂ ਵਿੱਚ ਇਕੱਠਾ ਕਰ ਲਿਆ। ਇੱਕ ਸੀ ਬਚਿੱਤਰ ਨਾਟਕ ਤੇ ਦੂਸਰਾ ਸੀ ਚਰਿਤ੍ਰੋਪਖਿਆਨ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਗ੍ਰੰਥਾਂ ਦੇ ਕਈ ਉਤਾਰੇ ਕਰਵਾਏ ਸੀ, ਪਰ ਹਜੇ ਵੀ ਪੰਥ ਦਾ ਇੱਕ ਵੱਡਾ ਹਿੱਸਾ ਇਸ ਨੂੰ ਇੱਕੋ ਜਿਲਦ ਵਿੱਚ ਕਲੈਕਟ ਕਰਨ ਦੀ ਮੰਗ ਕਰ ਰਿਹਾ ਸੀ। ਤੇ 1740 ਵਿੱਚ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗਣ ਦਾ ਸਿਰ ਲਾਉਣ ਲਈ ਬੁੱਢਾ ਜੋੜ ਤੋਂ ਅੰਮ੍ਰਿਤਸਰ ਸਾਹਿਬ ਜਾ ਰਹੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜਦੋਂ ਦਮਦਮਾ ਸਾਹਿਬ ਰੁਕੇ ਤਾਂ ਉਦੋਂ ਉੱਥੇ ਇਸੇ ਟੌਪਿਕ ਤੇ ਹੀ ਚਰਚਾ ਚੱਲ ਰਹੀ ਸੀ। ਜਦੋਂ ਇਹਨਾਂ ਦੋਨਾਂ ਸੂਰਮਿਆਂ ਤੋਂ ਰਾਈ ਪੁੱਛੀ ਗਈ ਤਾਂ ਉਹਨਾਂ ਜਵਾਬ ਦਿੱਤਾ ਕਿ ਆਪਣੀ ਮੱਤ ਨੂੰ ਪਰਾਂ ਰੱਖਦੇ ਹੋਏ ਆਪਾਂ ਫੈਸਲਾ ਗੁਰੂ ਸਾਹਿਬ ਤੇ ਛੱਡ ਦਿੰਦੇ ਹਾਂ। ਜੇ ਅਸੀਂ ਸਿਰ ਵੱਢ ਕੇ ਵਾਪਸ ਆ ਕੇ ਪੰਥ ਵਿੱਚ ਜੁੜ ਗਏ ਤਾਂ ਇਹਨਾਂ ਦੋਨਾਂ ਗ੍ਰੰਥਾਂ ਨੂੰ ਵੀ ਜੋੜ ਦਿਓ, ਤੇ ਜੇ ਅਸੀਂ ਉੱਥੇ ਸ਼ਹੀਦ ਹੋ ਗਏ ਤੇ ਵਾਪਸ ਪੰਥ ਵਿੱਚ ਨਾ ਜੁੜ ਪਾਏ ਤਾਂ ਦੋਨਾਂ ਗ੍ਰੰਥਾਂ ਨੂੰ ਅੱਡ-ਅੱਡ ਰਹਿਣ ਦਿਓ। ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ। ਤਦ ਫਿਰ ਗੁਰੂ ਦੇ ਹੁਕਮਾਂ ਅਨੁਸਾਰ ਚਰਿਤ੍ਰੋਪਖਿਆਨ ਤੇ ਬਚਿੱਤਰ ਨਾਟਕ ਨੂੰ ਜੋੜ ਕੇ ਇੱਕ ਨਵੇਂ ਗ੍ਰੰਥ ਦੀ ਰਚਨਾ ਕੀਤੀ ਗਈ ਜਿਸ ਦਾ ਨਾਮ ਰੱਖਿਆ ਗਿਆ ਸ਼੍ਰੀ ਦਸਮ ਗ੍ਰੰਥ ਸਾਹਿਬ। ਸਿੱਖ ਇਤਿਹਾਸ ਦੇ ਮਸ਼ਹੂਰ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਐਕਸਪਲੇਨ ਕਰਦੇ ਹਨ ਕਿ ਸਿੱਖੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਚਾਲਬਾਜ਼ ਇਹ ਨਹੀਂ ਕਹਿੰਦੇ ਕਿ ਅਸੀਂ ਗੁਰੂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਉਹ ਇਹ ਕਹਿੰਦੇ ਹਨ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ। ਯਾਨੀ ਕਿ ਲੁਕਵੀਂ ਭਾਸ਼ਾ ਵਿੱਚ ਉਹ ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼, ਮਹਾਨ ਕੋਸ਼
ਜਨਮ ਸਾਖੀਆਂ ਭੱਟ ਬਈਆਂ ਸਾਰੇ ਗ੍ਰੰਥਾਂ ਨੂੰ ਹੀ ਨਕਾਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ 6 ਗੁਰੂਆਂ ਦੀਆਂ ਹੀ ਬਾਣੀਆਂ ਦਰਜ ਹਨ। ਮਤਲਬ ਕਿ ਜੇ ਆਪਾਂ ਦਸਮ ਗ੍ਰੰਥ ਸਾਹਿਬ ਨੂੰ ਪਾਸੇ ਕਰ ਦਈਏ ਤਾਂ 6ਵੀਂ 7ਵੀਂ 8ਵੀਂ ਤੇ 10ਵੀਂ ਪਾਤਸ਼ਾਹੀ ਦਾ ਤਾਂ ਕੋਈ ਵਜੂਦ ਹੀ ਨਹੀਂ ਮਿਲਦਾ, ਕਿਉਂਕਿ 10 ਗੁਰੂਆਂ ਦਾ ਇਤਿਹਾਸ, ਚਮਕੌਰ ਦੀ ਜੰਗ, ਸਰਸੇ ਦਾ ਵਿਛੋੜਾ, ਭੰਗਾਣੀ ਦੀ ਜੰਗ, ਇਹ ਸਾਰੇ ਇਤਿਹਾਸ ਦਸਮ ਗ੍ਰੰਥ ਸਾਹਿਬ ਵਿੱਚ ਹੀ ਦਰਜ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦਾ ਕੀਤਾ ਹੋਇਆ ਹੁਕਮ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਵੀ ਦਸਮ ਗ੍ਰੰਥ ਸਾਹਿਬ ਵਿੱਚ ਹੀ ਦਰਜ ਹੈ। ਤੁਸੀਂ ਦਸਮ ਗ੍ਰੰਥ ਸਾਹਿਬ ਨੂੰ ਰਿਜੈਕਟ ਕਰਕੇ ਤਾਂ ਦੇਖੋ, ਕੱਲ ਨੂੰ ਇਹ ਸਵਾਲ ਖੜਾ ਕਰ ਦੇਣਗੇ ਕਿ ਕਿੱਥੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ। ਉਸ ਸਮੇਂ ਇਸ ਗੱਲ ਦਾ ਆਪਣੇ ਕੋਲ ਕੋਈ ਸਬੂਤ ਨਹੀਂ ਹੋਊਗਾ। ਹੁਣ ਆਪਾਂ ਵੱਧਦੇ ਹਾਂ ਦੂਸਰੇ ਪਾਸੇ। ਦਸਮ ਗ੍ਰੰਥ ਸਾਹਿਬ ਦਾ ਮੰਡਨ ਕਰਨ ਵਾਲਿਆਂ ਦੀਆਂ ਦਲੀਲਾਂ ਵੀ ਕੋਈ ਘੱਟ ਜ਼ੋਰਦਾਰ ਨਹੀਂ ਹਨ। ਭਾਈ ਮਨੀ ਸਿੰਘ ਜੀ ਦੀ ਜਿਹੜੀ ਚਿੱਠੀ ਨੂੰ ਸਬੂਤ ਵਜੋਂ ਪੇਸ਼ ਕੀਤਾ ਗਿਆ, ਉਹ ਲੈਬ ਵਿੱਚ ਸਾਇੰਟੀਫਿਕਲੀ ਪ੍ਰੂਵ ਹੋ ਚੁੱਕੀ ਹੈ ਕਿ ਝੂਠੀ ਹੈ। ਉਸ ਖੱਤ ਨੂੰ ਲਿਖਣ ਵਿੱਚ ਜਿਹੜੀ ਨਿੱਬ ਦਾ ਯੂਜ਼ ਕੀਤਾ ਗਿਆ ਹੈ, ਅਸਲ ਵਿੱਚ ਉਹ ਨਿੱਬ ਤਾਂ 20ਵੀਂ ਸਦੀ ਵਿੱਚ ਜਾ ਕੇ ਚੱਲਣ ਵਿੱਚ ਆਈ ਸੀ। ਇਹ ਧਿਰ ਮੰਨਦੀ ਹੈ ਕਿ ਅਸਲ ਵਿੱਚ ਇਹ ਪੂਰੇ ਦਾ ਪੂਰਾ ਗ੍ਰੰਥ ਹੀ 20ਵੀਂ ਸਦੀ ਵਿੱਚ ਰਚਿਆ ਗਿਆ ਹੈ। ਸਿੱਖ ਇਤਿਹਾਸ ਦੇ ਪੱਕੇ ਸਰੋਤਾਂ 'ਚ ਸ਼ੁਮਾਰ ਭਾਈ ਨੰਦ ਲਾਲ ਦੀਆਂ ਲਿਖਤਾਂ 'ਚ ਗੁਰੂ ਸਾਹਿਬ ਦੇ ਸਮਕਾਲੀ ਲਿਖਾਰੀ ਸੈਨਾਪਤ ਦੀ ਗੁਰਸੁਭਾ ਗ੍ਰੰਥ ਵਿੱਚ ਇਹਨਾਂ 'ਚੋਂ ਕਿਸੇ ਵਿੱਚ ਵੀ ਦਸਮ ਗ੍ਰੰਥ ਸਾਹਿਬ ਦਾ, ਈਵਨ ਬਚਿੱਤਰ ਨਾਟਕ ਦਾ ਵੀ ਕੋਈ ਜ਼ਿਕਰ ਨਹੀਂ ਮਿਲਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਦਰਬਾਰ ਵਿੱਚ ਹੋਈ ਹਰ ਇੱਕ ਛੋਟੀ ਵੱਡੀ ਚੀਜ਼ ਦੇ ਲੈਣ ਦੇਣ ਦਾ ਵੇਰਵਾ ਰਿਕਾਰਡ ਵਿੱਚ ਲਿਖਿਆ ਜਾਂਦਾ ਸੀ। ਉਹਨਾਂ ਦੇ 40 ਸਾਲ ਦੇ ਰਿਕਾਰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਈ ਵਾਰ ਵੇਰਵਾ ਮਿਲਦਾ ਹੈ। ਦੂਸਰੇ ਕਈ ਗ੍ਰੰਥਾਂ ਦਾ ਵੀ ਬਹੁਤ ਵਾਰ ਜ਼ਿਕਰ ਮਿਲਦਾ ਹੈ, ਬਟ ਦਸਮ ਗ੍ਰੰਥ ਸਾਹਿਬ ਦਾ ਇਸ ਵਿੱਚ ਇੱਕ ਵਾਰ ਵੀ ਜ਼ਿਕਰ ਨਹੀਂ ਦੇਖਣ ਨੂੰ ਮਿਲਦਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਪੰਜਾਬ ਵਿੱਚ ਰਾਜ ਕਾਇਮ ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਗੁਰਦੁਆਰਾ ਸਾਹਿਬ ਦੀਆਂ ਉਸਾਰੀਆਂ ਕਰਵਾਈਆਂ ਸਨ, ਜਿਵੇਂ ਕਿ ਰਕਾਬਗੰਜ ਸਾਹਿਬ, ਪਟਨਾ ਸਾਹਿਬ, ਹਜੂਰ ਸਾਹਿਬ। ਹੁਣ ਸੋਚਣ ਵਾਲੀ ਗੱਲ ਹੈ ਕਿ ਉਸ ਟਾਈਮ ਤੋਂ ਪਹਿਲਾਂ ਜੇ ਉੱਥੇ ਗੁਰੂ ਘਰ ਹੀ ਨਹੀਂ ਸੀ ਤਾਂ ਫਿਰ ਇਹਨਾਂ ਗ੍ਰੰਥਾਂ ਦਾ ਪ੍ਰਕਾਸ਼ ਕਿੱਥੇ ਹੁੰਦਾ ਸੀ। ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ ਕਿ ਦਸਮ ਗ੍ਰੰਥ ਦੇ ਜਿੰਨੇ ਵੀ ਸਬੂਤ ਸਾਨੂੰ ਮਿਲਦੇ ਹਨ, ਉਹ ਸਭ ਸਤਲੁਜ ਦੇ ਪਰਲੇ ਪਾਸੇ ਦੇ ਹਨ, ਜਿੱਥੇ ਅੰਗਰੇਜ਼ਾਂ ਦਾ ਰਾਜ ਸੀ। ਪਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ, ਖਾਲਸੇ ਦਾ ਰਾਜ ਸੀ, ਉੱਥੇ ਦਸਮ ਗ੍ਰੰਥ ਸਾਹਿਬ ਦੇ ਕੋਈ ਸਬੂਤ ਨਹੀਂ ਮਿਲਦੇ। ਜਾਂ ਇਹ ਵੀ ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਦੀ ਸਿੱਖ ਧਰਮ ਵਿੱਚ ਜ਼ਿਆਦਾ ਸ਼ਰਧਾ ਹੋਊਗੀ। ਪਰ ਫਿਰ ਇਹ ਗ੍ਰੰਥ 20ਵੀਂ ਸਦੀ ਵਿੱਚ ਵਜੂਦ ਵਿੱਚ ਆਇਆ ਕਿੱਥੋਂ? ਇਸ ਨੂੰ ਕਿਹਨੇ ਰਚਿਆ? ਇਸ ਸਵਾਲ ਦਾ ਜਵਾਬ ਸਾਨੂੰ ਮਸ਼ਹੂਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਜੀ ਦਲਗੀਰ ਐਕਸਪਲੇਨ ਕਰਦੇ ਹਨ। 1765 ਵਿੱਚ ਸਰਦਾਰ ਜੱਸਾ ਸਿੰਘ ਅੱਲੂਵਾਲੀਏ ਦੀ ਅਗਵਾਈ ਵਿੱਚ ਸਿੱਖਾਂ ਨੇ ਦਰਬਾਰ ਸਾਹਿਬ ਤੇ ਆਪਣਾ ਅਧਿਕਾਰ ਕਰਕੇ ਕੇਸਰੀ ਨਿਸ਼ਾਨ ਚਲਾ ਦਿੱਤਾ ਸੀ। 1770 ਤੋਂ 80 ਦੇ ਵਿਚਕਾਰ ਕਾਸ਼ੀ 'ਚ ਪੜੇ ਕੁਝ ਸਿੱਖ ਹਰਮੰਦਰ ਸਾਹਿਬ ਪਹੁੰਚਦੇ ਹਨ। ਸਿੱਖਾਂ ਦੇ ਮੁਸਲਮਾਨ ਹਮਲਾਵਰਾਂ ਨਾਲ ਹੋ ਰਹੇ ਸੰਘਰਸ਼ ਕਾਰਨ ਇਹਨਾਂ ਨੂੰ ਪਲਾਇਨ ਕਰਕੇ ਕਾਸ਼ੀ ਜਾਣਾ ਪਿਆ ਸੀ ਤੇ ਹੁਣ ਉਸੇ ਸੰਘਰਸ਼ ਦਾ ਫਾਇਦਾ ਚੱਕਦਿਆਂ ਹੌਲੀ-ਹੌਲੀ ਇਹਨਾਂ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਤੇ ਕਬਜ਼ਾ ਕਰ ਲਿਆ। ਇਹ ਸਭ ਨਿਰਮਲੇ ਸਿੱਖ ਕਹਾਉਂਦੇ ਸਨ। ਇਹ ਨਿਰਮਲੇ ਸਿੱਖ ਸਿਰਫ ਨਾਮ ਦੇ ਹੀ ਸਿੱਖ ਸੀ। ਇਹਨਾਂ 'ਚੋਂ ਕੋਈ ਵੀ ਦਰਬਾਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਜਾਂ ਬਾਬਾ ਦੀਪ ਸਿੰਘ ਜੀ ਦੇ ਸੰਪਰਕ ਵਿੱਚ ਨਹੀਂ ਰਿਹਾ ਸੀ। ਇਹ ਤਾਂ ਉਹਨਾਂ ਦੀਆਂ ਸ਼ਹੀਦੀਆਂ ਹੋਣ ਤੋਂ ਲਗਭਗ 16 ਸਾਲ ਬਾਅਦ ਦਰਬਾਰ ਸਾਹਿਬ ਪਹੁੰਚੇ ਸਨ। ਕਾਸ਼ੀ ਵਿੱਚ ਕਈ ਟਾਈਮ ਵਿੱਦਿਆ ਪ੍ਰਾਪਤ ਕਰਨ ਕਾਰਨ ਇਹਨਾਂ ਦੀ ਸੋਚ, ਇਹਨਾਂ ਦਾ ਵਿਵਹਾਰ ਸਭ ਕੁਝ ਬ੍ਰਾਹਮਣਵਾਦ ਦੀ ਤਰਫ ਝੁਕਿਆ ਹੋਇਆ ਸੀ। ਹੌਲੀ-ਹੌਲੀ ਇਹਨਾਂ ਦਰਬਾਰ ਸਾਹਿਬ ਵਿੱਚ ਵੀ ਬ੍ਰਾਹਮਣਵਾਦੀ ਰੀਤਾਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਅੰਗਰੇਜ਼ ਵੀ ਉਸ ਸਮੇਂ ਸਿੱਖਾਂ ਵਿੱਚ ਪਾੜ ਪਾਉਣ ਦੇ ਤਰੀਕੇ ਲੱਭ ਰਹੇ ਸਨ। ਸੋ ਉਹਨਾਂ ਨੇ ਇਹਨਾਂ ਨਿਰਮਲੀਏ ਸਿੱਖਾਂ ਨੂੰ ਫੰਡਿੰਗ ਦੇਣੀ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜਨ 1943 ਨੂੰ ਅਕਾਲ ਬੁੰਗੇ ਵਿੱਚ ਇੱਕ ਨਵਾਂ ਗ੍ਰੰਥ ਤਿਆਰ ਕਰਨ ਲਈ ਇੱਕ ਕਮੇਟੀ ਤਿਆਰ ਕੀਤੀ ਗਈ, ਜਿਸ ਦਾ ਨਾਮ ਸੀ ਸ਼੍ਰੀ ਦਸਮ ਗ੍ਰੰਥ ਸੋਧਕ ਕਮੇਟੀ। ਇਸ ਕਮੇਟੀ ਨੇ ਇਧਰੋਂ ਉਧਰੋਂ ਕਈ ਤਰ੍ਹਾਂ ਦੀਆਂ ਲਿਖਤਾਂ ਇਕੱਠੀਆਂ ਕਰਕੇ ਇਸ ਗ੍ਰੰਥ ਵਿੱਚ ਸ਼ਾਮਿਲ ਕਰ ਦਿੱਤੀਆਂ, ਜਿਨ੍ਹਾਂ ਵਿੱਚ ਹਿੰਦੂਆਂ ਦੇ ਕਈ ਧਰਮਾਂ ਦੀਆਂ ਰਚਨਾਵਾਂ ਜਿਵੇਂ ਕਿ ਵਿਸ਼ਨੂੰ ਪੁਰਾਣ, ਸ਼ਿਵ ਪੁਰਾਣ, ਮਾਰਕੰਡੇ ਪੁਰਾਣ ਦੀਆਂ ਰਚਨਾਵਾਂ ਹੂਬਹੂ ਲਿਖੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕੁਝ ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਦੀਆਂ ਰਚਨਾਵਾਂ, ਕੁਝ ਚੰਗੀਆਂ ਤੇ ਬਹੁਤੀਆਂ ਅਸ਼ਲੀਲ ਤੇ ਬੇਤੁਕੀਆਂ, ਜਿਨ੍ਹਾਂ ਦਾ ਗੁਰਬਾਣੀ ਦੀ ਵਿਚਾਰਧਾਰਾ ਨਾਲ ਦੂਰ ਦੂਰ ਤੱਕ ਕੋਈ ਲੈਣ ਦੇਣ ਨਹੀਂ, ਇਹ ਸਭ ਜੋੜ ਕੇ ਠੀਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੇਜਿਸ ਦਾ ਇੱਕ ਨਵਾਂ ਗ੍ਰੰਥ ਤਿਆਰ ਕੀਤਾ ਗਿਆ। ਸਾਜ਼ਿਸ਼ ਅਨੁਸਾਰ ਇਸ ਵਿੱਚ ਕੁਝ ਇਦਾਂ ਦੀਆਂ ਲਿਖਤਾਂ ਸਪੈਸ਼ਲੀ ਤਿਆਰ ਕਰਕੇ ਜੋੜੀਆਂ ਗਈਆਂ, ਜਿਨ੍ਹਾਂ ਨੂੰ ਬਾਅਦ ਵਿੱਚ ਸਹੀ ਸਾਬਤ ਕਰਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਵੀ ਕੁਝ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ, ਜਿਵੇਂ ਕਿ ਜਫਰਨਾਮਾ, ਜਾਪ ਸਾਹਿਬ ਤੇ ਸਵਈਏ, ਕਿਉਂਕਿ ਜੇ ਗ੍ਰੰਥ ਵਿੱਚ ਸਿਰਫ ਬੇਤੁਕੀਆਂ ਗੱਲਾਂ ਹੀ ਲਿਖੀਆਂ ਹੁੰਦੀਆਂ ਤਾਂ ਬਹੁਤ ਛੇਤੀ ਉਹਨਾਂ ਦਾ ਭੇਦ ਖੁੱਲ੍ਹ ਜਾਂਦਾ। ਇਸ ਲਈ ਕੁਝ ਚੰਗੀਆਂ ਲਿਖਤਾਂ ਨੂੰ ਵੀ ਸ਼ਾਮਿਲ ਕਰਨਾ ਜ਼ਰੂਰੀ ਸੀ। ਇਹ ਸਾਰੀਆਂ ਦਲੀਲਾਂ ਦੇ ਕੇ ਦੋਵੇਂ ਤਰ੍ਹਾਂ ਆਪਣਾ ਆਪਣਾ ਪੱਖ ਰੱਖਦੀਆਂ ਹਨ। ਸੋ ਇਸ ਵੀਡੀਓ ਵਿੱਚ ਆਪਾਂ ਮੋٹے ਤੌਰ ਤੇ ਜਾਣਿਆ ਕਿ ਆਖਰ ਦਸਮ ਗ੍ਰੰਥ ਸਾਹਿਬ ਦੇ ਨਾਮ ਤੇ ਕੌਮ ਵਿੱਚ ਦਿਨੋਂ ਦਿਨ ਵੱਧ ਰਹੇ ਇਸ ਵਿਵਾਦ ਦਾ ਅਸਲ ਮੁੱਦਾ ਕੀ ਹੈ, ਜੋ ਜ਼ਿਆਦਾਤਰ ਸਿੱਖ ਸੰਗਤਾਂ ਲਈ ਸਮਝਣਾ ਥੋੜਾ ਔਖਾ ਸੀ।
ਪਰ ਦੋਨਾਂ ਧਿਰਾਂ ਦੀਆਂ ਦਲੀਲਾਂ ਇੰਨੀਆਂ ਜ਼ੋਰਦਾਰ ਹਨ ਕਿ ਇਹ ਸਭ ਸੁਣਨ ਤੋਂ ਬਾਅਦ ਫੈਸਲਾ ਲੈਣਾ ਤਾਂ ਦੂਰ, ਸਗੋਂ ਸੁਣਨ ਵਾਲਾ ਹੋਰ ਜ਼ਿਆਦਾ ਕਨਫਿਊਜ਼ ਹੋ ਜਾਂਦਾ ਹੈ। ਸੋ ਨੈਕਸਟ ਵੀਡੀਓ ਵਿੱਚ ਆਪਾਂ ਇੱਕ ਡੂੰਘਾ ਗੋਤਾ ਲਾ ਕੇ ਦਸਮ ਗ੍ਰੰਥ ਸਾਹਿਬ ਦੀ ਹਰ ਬਾਣੀ ਦਾ ਲਾਈਕ ਚੰਡੀ ਦੀ ਵਾਰ, 24 ਅਵਤਾਰਾਂ ਦੀ ਕਥਾ, ਜਾਪ ਸਾਹਿਬ ਤੇ ਸਪੈਸ਼ਲੀ ਚਰਿੱਤਰੋ ਪਖਿਆਨ ਦਾ ਡਿਟੇਲ ਨਾਲ ਐਨਾਲਾਈਸਿਸ ਕਰਾਂਗੇ, ਜਿਹਦੇ ਅਸ਼ਲੀਲ ਕਹੇ ਜਾਣ ਵਾਲੇ ਕੰਟੈਂਟ ਕਰਕੇ ਦਸਮ ਗ੍ਰੰਥ ਦਾ ਵਿਵਾਦ ਸਭ ਤੋਂ ਜ਼ਿਆਦਾ ਵਧਿਆ ਹੈ ਕਿ ਆਖਰ ਵਿਆਹ ਤੋਂ ਪਹਿਲਾਂ ਦੇ ਸੰਬੰਧ, ਵਿਆਹ ਤੋਂ ਬਾਅਦ ਦੇ ਨਜਾਇਜ਼ ਸੰਬੰਧ, ਮਾਂ ਪੁੱਤ, ਪਿਓ ਧੀ ਦੇ ਸੈਕਸ ਸੰਬੰਧਾਂ ਦੀਆਂ ਕਾਮੁਕ ਕਹਾਣੀਆਂ ਲਿਖਣ ਦੀ ਇਸ ਧਾਰਮਿਕ ਗ੍ਰੰਥ ਵਿੱਚ ਕੀ ਲੋੜ ਪੈ ਗਈ ਸੀ। ਜੇ ਸੱਚਮੁੱਚ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹਸਤ ਲਿਖਤ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸੋਚ ਕੇ ਇਹ ਬਾਣੀਆਂ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀਆਂ, ਇਹ ਸਭ ਜਾਣਾਂਗੇ ਨੈਕਸਟ ਵੀਡੀਓ ਵਿੱਚ। ਦਸਮ ਗ੍ਰੰਥ ਸਾਹਿਬ ਦਾ ਟੌਪਿਕ ਹੀ ਇੰਨਾ ਵਾਈਡ ਸੀ ਕਿ ਇਸ ਤੇ ਰਿਸਰਚ ਕਰਦੇ ਕਰਦੇ ਇਸ ਵੀਡੀਓ ਨੂੰ ਆਉਣ ਵਿੱਚ ਕਾਫੀ ਟਾਈਮ ਲੱਗ ਗਿਆ, ਜਿਸ ਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਅੱਗੇ ਤੋਂ ਵੀਡੀਓ ਟਾਈਮ ਤੇ ਅਪਲੋਡ ਕਰਨ ਦਾ ਵਾਅਦਾ ਵੀ ਕਰਦਾ ਹਾਂ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਅੱਗੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਕਮੈਂਟ ਬਾਕਸ ਵਿੱਚ ਟਾਈਪ ਕਰਕੇ ਦੱਸਿਓ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਕਿੰਨੇ ਲੋਕਾਂ ਨੂੰ ਸ਼ੇਅਰ ਕੀਤਾ। ਆਪਣੇ ਇਸ ਚੈਨਲ ਪਰਿਵਾਰ ਦੇ ਨਵੇਂ ਮੈਂਬਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣ ਤੇ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ।